ਕਿ ਗੱਲ ਕਰਨੀ ਬਹੁਤ ਜ਼ਰੂਰੀ ਹੈ। ਹਰ ਘਰ ਦੇ ਵਿੱਚ ਇਸ ਦੇ ਬਾਰੇ ਵਿੱਚ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਤੇ ਗੱਲ ਇਹ ਹੈ ਕਿ ਮੈਂਸਟਰਲ ਹਾਈਜੀਨ ਦੇ ਬਾਰੇ ਵਿੱਚ ਡੈਫੀਨਿਟਲੀ ਅਵੇਅਰਨੈਸ ਦੀ ਲੋੜ ਹੈਗੀ ਆ ਆਈ ਵੁੱਡ ਸੇ ਇਨ ਆਰ ਕਮਿਊਨਿਟੀ ਐਂਡ ਇਹ ਤੁਸੀਂ ਗੱਲ ਪਹਿਲਾਂ ਵੀ ਜੋ ਛੇੜੀ ਆ ਕਿ ਮਤਲਬ ਇਟਸ ਨਾਟ ਓਪਨਲੀ ਟਾਕਡ ਅਬਾਊਟ ਨੋ ਵਨ ਟਾਕਸ ਅਬਾਊਟ ਇਟ। ਇਸ ਇੱਕ ਸਟੱਡੀ ਸਾਹਮਣੇ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਟੈਂਪੋਨਸ ਦੇ ਵਿੱਚ ਕੁਝ ਟੌਕਸਿਕ ਮੈਟਲਸ ਪਾਏ ਗਏ ਨੇ, ਜਿਹਦੇ ਵਿੱਚ ਲੈਡ ਦੀ ਮਾਤਰਾ ਦੀ ਵੀ ਗੱਲ ਕੀਤੀ ਗਈ ਹੈ। ਥੀਸ ਕੈਨ ਬੀ ਦ ਵੈਰੀ ਕਾਮਨ ਬ੍ਰਾਂਡਸ ਜੋ ਅਸੀਂ ਸਟੋਰ 'ਚ ਮਿਲਦੇ ਵਾਲਮਾਰਟ ਹੋਵੇ, ਸ਼ਾਪਰਸ ਡਰੱਗ ਮਾਰਟਸ। ਇਹਨਾਂ ਨੇ ਨੋਟਿਸ ਕੀਤਾ ਕਿ ਆਫਟਰ ਰਿਸਰਚ ਕਿ 2 ਮੇਨ ਟੌਕਸਿਕ ਕੈਮੀਕਲਸ ਇਹਨਾਂ 'ਚ ਮਿਲੇ ਆ। ਇੱਕ ਹੈਗਾ ਆ ਲੈਡ ਤੇ ਇੱਕ ਹੈਗਾ ਆਰਸੈਨਿਕ। ਕੋਈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਮੈਟਲਸ ਵਿੱਚ ਪਾਏ ਗਏ ਨੇ ਇਹ ਕਿਸੇ ਤਰੀਕੇ ਨਾਲ ਤੁਹਾਡੀ ਬਲੱਡ ਲਾਈਨ ਦੇ ਵਿੱਚ ਵੀ ਜਾ ਸਕਦੇ ਨੇ। ਸੋ ਜਿਹੜੀ ਇਹ ਗੱਲ ਕੀਤੀ ਗਈ ਹੈ ਕਿ ਟੌਕਸਿਕ ਮੈਟਲਸ ਪਾਏ ਗਏ ਨੇ, ਕੀ ਇਸ ਨੂੰ ਲੈ ਕੇ ਕੋਈ ਹੈਲਥ ਕੌਨਸੀਕੁਐਂਸਿਸ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਇਹ ਸਟੱਡੀ ਸਾਹਮਣੇ ਆਈ ਹੈ, ਜਾਂ ਫਿਰ ਇਹ ਇੱਕ ਆਮ ਰਿਸਰਚ ਕੀਤੀ ਗਈ ਸੀ? ਬਟ ਆਈਵ ਨੋਟਿਸ ਕਿ ਜੋ ਸਾਡੀਆਂ ਫੀਮੇਲਸ ਆ ਲੁੱਕ ਕੇ ਗੱਲ ਕਰਨੀ ਆ, ਹੌਲੀ ਗੱਲ ਕਰਨੀ ਆ ਕਿ ਕੰਧਾਂ ਤੋਂ ਬਾਹਰ ਨਾ ਗੱਲ ਜਾਵੇ। ਮਤਲਬ ਗੱਲ ਵੀ ਮਤਲਬ ਖੁੱਲ੍ਹੇਆਮ ਨਹੀਂ ਕਰਨੀ ਆ, ਸਪੈਸ਼ਲੀ ਨੋਇੰਗ ਕਿ ਆਈ ਐਮ ਅ ਫੀਮੇਲ ਐਂਡ ਵੀ ਆਲ ਹੈਵ ਆਰ ਮੈਂਸਟਰਲ ਸਾਈਕਲਸ। ਮਤਲਬ ਆਲਮੋਸਟ ਐਂਬੈਰਸਿੰਗ ਨਾਲ ਗੱਲ ਕਰਨੀ। ਆਪਣੀ ਫੀਮੇਲ ਪਾਰਟਨਰ ਨੂੰ ਸਮਝਣਾ ਜਾਂ ਕੇਅਰ ਕਰਨਾ ਕਿੰਨੀ ਕੁ ਜ਼ਰੂਰੀ ਹੈ, ਕਿਉਂਕਿ ਜਿਸ ਤਨ ਲਾਗੇ ਸੋਈ ਜਾਣੇ। ਸੋ ਔਰਤਾਂ ਨੂੰ ਪਤਾ ਹੁੰਦਾ ਕਿ ਕਿਹੜੇ ਪੇਨ ਦੇ ਵਿੱਚ ਉਹ ਲੰਘ ਰਹੀਆਂ ਨੇ। ਹਾਂਜੀ। ਅੱਜ ਦੀ ਜਿਹੜੀ ਗੱਲਬਾਤ ਸਾਡੀ ਹੋਣ ਲੱਗੀ ਹੈ, ਇਹ ਗੱਲਬਾਤ ਹੈ ਅਸਲ ਦੇ ਵਿੱਚ ਇੱਕ ਸਟੱਡੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਵੀ ਆਲ ਨੋ ਕਿ ਫੀਮੇਲ ਹੈਲਥ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੀਰੀਅਡਸ ਇੱਕ ਹਿੱਸਾ ਆ ਔਰਤਾਂ ਦੀ ਜ਼ਿੰਦਗੀ ਦਾ। ਤੇ ਅਕਸਰ ਇਸ ਨੂੰ ਲੈ ਕੇ ਹਾਈਜੀਨ ਦੀ ਅਸੀਂ ਗੱਲ ਕਰਦੇ ਹਾਂ ਘਰਾਂ ਦੇ ਵਿੱਚ। ਆਮ ਤੌਰ 'ਤੇ ਖਾਸ ਤੌਰ 'ਤੇ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕੀਤੀ ਜਾਵੇ ਤਾਂ ਘਰਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗੱਲਬਾਤ ਬਹੁਤ ਘੱਟ ਹੁੰਦੀ ਹੈ, ਪਰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ। ਹਰ ਘਰ ਦੇ ਵਿੱਚ ਇਸ ਦੇ ਬਾਰੇ ਗੱਲ ਕਰਨਾ ਤੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਅੱਜ ਕੁਝ ਅਜਿਹੀ ਹੀ ਇੱਕ ਸਟੱਡੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇੱਕ ਕੰਸਰਨ ਸ਼ੁਰੂ ਹੋਇਆ। ਇਸ ਕੰਸਰਨ ਦੇ ਬਾਰੇ ਵਿੱਚ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਫੀਮੇਲਸ ਨੇ ਤੇ ਫੀਮੇਲ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਜ਼ਰੂਰ ਕਰਦੀਆਂ ਨੇ। ਖਾਸ ਤੌਰ 'ਤੇ ਜਦੋਂ ਪੀਰੀਅਡਸ ਹੁੰਦੇ ਆ ਉਸ ਵੇਲੇ ਟੈਂਪੋਨਸ ਦੀ ਵਰਤੋਂ ਹੁੰਦੀ ਹੈ, ਪੈਡਸ ਦੀ ਵਰਤੋਂ ਹੁੰਦੀ ਹੈ, ਸੈਨੀਟਰੀ ਪੈਡਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੈਂਸਟਰਲ ਕੱਪਸ ਦੀ ਗੱਲ ਕੀਤੀ ਜਾਵੇ। ਇੱਕ ਸਟੱਡੀ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ, ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਟੈਂਪੋਨਸ ਨੇ ਇਹਨਾਂ ਦੇ ਵਿੱਚ ਟੌਕਸਿਕ ਮੈਟਲਸ ਜਿਹੜੇ ਆ ਇਹ ਪਾਏ ਗਏ ਨੇ ਤੇ ਇਸ ਦੇ ਕਰਕੇ ਜਿਹੜੇ ਆ ਹੈਲਥ ਰਿਸਕ ਵੱਧ ਸਕਦੇ ਨੇ। ਅੱਜ ਇਸ ਦੇ ਬਾਰੇ ਵਿੱਚ ਵੀ ਗੱਲਬਾਤ ਤਾਂ ਕਰਾਂਗੇ। ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਇੱਕ ਅਜਿਹੇ ਮੁੱਦੇ ਬਾਰੇ ਜਿਸ ਦੇ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਗੱਲ ਕਰਨੀ ਬਹੁਤ ਜ਼ਰੂਰੀ ਹੈ। ਹਰ ਘਰ ਦੇ ਵਿੱਚ ਇਸ ਦੇ ਬਾਰੇ ਵਿੱਚ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਤੇ ਗੱਲ ਇਹ ਹੈ ਕਿ ਮੈਂਸਟਰਲ ਹਾਈਜੀਨ ਦੇ ਬਾਰੇ ਵਿੱਚ ਜਿਹੜੀਆਂ ਫੀਮੇਲ ਸੁਣ ਰਹੀਆਂ ਨੇ ਜਾਂ ਮੇਲ ਸੁਣ ਰਹੇ ਹੋ, ਤੁਹਾਨੂੰ ਲੱਗਦਾ ਕੋਈ ਵੀ ਕੰਸਰਨ ਤੁਹਾਨੂੰ ਇਸ ਨੂੰ ਲੈ ਕੇ ਹੈ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਅੱਜ ਕਾਲਸ ਤਾਂ ਅਸੀਂ ਨਹੀਂ ਲੈ ਸਕਾਂਗੇ ਪਰ ਤੁਸੀਂ ਟੈਕਸਟ ਜ਼ਰੂਰ ਕਰ ਸਕਦੇ ਹੋ। ਅਸੀਂ ਐਪਰੀਸ਼ੀਏਟ ਕਰਾਂਗੇ ਜੇਕਰ ਤੁਸੀਂ ਇਸ ਦੇ ਬਾਰੇ ਵਿੱਚ ਕੋਈ ਸਵਾਲ ਪੁੱਛਦੇ ਹੋ ਤਾਂ। ਟੈਂਪੋਨਸ ਦੇ ਬਾਰੇ ਵਿੱਚ ਤੇ ਇਸ ਦੇ ਬਾਰੇ ਵਿੱਚ ਗੱਲਬਾਤ ਕਰਨ ਲਈ ਇਸ ਵਕਤ ਸਾਡੇ ਨਾਲ ਡਾਕਟਰ ਸ਼ਿਖਾ ਸਲਹੋਤਰਾ ਜੀ ਮੌਜੂਦ ਨੇ, ਜੋ ਕਿ ਫੈਮਿਲੀ ਫਿਜ਼ੀਸ਼ੀਅਨ ਨੇ ਔਰੰਜਵਿਲ ਦੇ ਵਿੱਚ। ਤੇ ਗੱਲਬਾਤ ਕਰਨ ਲਈ ਮੈਨੂੰ ਲੱਗਦਾ ਕਿ ਡਾਕਟਰ ਸ਼ਿਖਾ ਤੋਂ ਬੈਟਰ ਮੈਨੂੰ ਕੋਈ ਹੋਰ ਪਰਸਨ ਮਿਲ ਨਹੀਂ ਸਕਦਾ। ਸਭ ਤੋਂ ਪਹਿਲਾਂ ਡਾਕਟਰ ਸ਼ਿਖਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਤਰਨਜੀਤ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਵਾਂਸ ਅਗੇਨ। ਕੀ ਹਾਲ ਚਾਲ ਨੇ? ਬਸ ਠੀਕ, ਤੁਸੀਂ ਦੱਸੋ ਹਾਊ ਇਜ਼ ਐਵਰੀਥਿੰਗ? ਬਹੁਤ ਵਧੀਆ। ਸੋ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਇੱਕ ਸਟੱਡੀ ਸਾਹਮਣੇ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਟੈਂਪੋਨਸ ਦੇ ਵਿੱਚ ਕੁਝ ਟੌਕਸਿਕ ਮੈਟਲਸ ਪਾਏ ਗਏ ਨੇ, ਜਿਹਦੇ ਵਿੱਚ ਲੈਡ ਦੀ ਮਾਤਰਾ ਦੀ ਵੀ ਗੱਲ ਕੀਤੀ ਗਈ ਹੈ। ਫੀਮੇਲ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਤੇ ਹਰ ਔਰਤ ਨੂੰ ਇਸ ਦੇ ਵਿੱਚੋਂ, ਇਸ ਪੜਾਅ ਦੇ ਵਿੱਚੋਂ ਲੰਘਣਾ ਪੈਂਦਾ ਆ। ਹਾਂਜੀ। ਤੇ ਅੱਜ ਦੇ ਸਮੇਂ ਵਿੱਚ ਤਾਂ ਮੈਂ ਕਹੂੰਗੀ ਕਿ ਔਰਤਾਂ ਬਹੁਤ ਲੱਕੀ ਨੇ ਕਿ ਬਹੁਤ ਚੀਜ਼ਾਂ ਮਾਰਕੀਟ ਵਿੱਚ ਅਵੇਲੇਬਲ ਨੇ ਕਿ ਵੀ ਤੁਸੀਂ ਥੋੜ੍ਹਾ ਈਜ਼ੀ ਕਰ ਦਿੰਦੇ ਆ ਜੋ ਕਿ ਤੁਹਾਡੀ ਲਾਈਫ ਨੂੰ। ਇਹਨਾਂ ਵਿੱਚੋਂ ਹੀ ਇੱਕ ਹੈ ਟੈਂਪੋਨਸ। ਤੇ ਟੈਂਪੋਨਸ ਦੇ ਬਾਰੇ ਵਿੱਚ ਜੋ ਇਹ ਸਟੱਡੀ ਸਾਹਮਣੇ ਆਈ ਹੈ, ਥੋੜ੍ਹਾ ਜਿਹਾ ਇਹਦੇ ਬਾਰੇ ਵਿੱਚ ਗੱਲਬਾਤ ਕਰੂੰਗੀ ਕਿਉਂਕਿ ਬਹੁਤ ਸਾਰੀਆਂ ਲਿਸਨਰਸ ਇਹੋ ਜਿਹੀਆਂ ਹੋਣਗੀਆਂ ਜੋ ਕਿ ਡੇਲੀ ਬੇਸਿਸ ਦੇ ਉੱਤੇ ਜਿਵੇਂ ਹਰ ਮੰਥ ਟੈਂਪੋਨਸ ਦੀ ਵਰਤੋਂ ਕਰਦੀਆਂ ਨੇ। ਟੈਂਪੋਨਸ ਨੂੰ ਲੈ ਕੇ ਜੋ ਇਹ ਸਟੱਡੀ ਸਾਹਮਣੇ ਆਈ ਹੈ, ਇਹ ਸਟੱਡੀ ਦੇ ਬਾਰੇ ਵਿੱਚ ਤੁਸੀਂ ਵੀ ਪੜ੍ਹਿਆ ਹੋਏਗਾ, ਸੋ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਹਾਂਜੀ, ਸੋ ਆਹ ਸਟੱਡੀ ਰੀਸੈਂਟਲੀ ਰਿਲੀਜ਼ ਹੋਈ ਆ ਫਰਮ ਯੂਨੀਵਰਸਿਟੀ ਆਫ ਕੈਲੀਫੋਰਨੀਆ। ਇਹ 'ਚ ਇਹਨਾਂ ਨੇ ਮਲਟੀਪਲ ਟੈਂਪੋਨਸ ਦੀ ਸਟੱਡੀਜ਼ ਕੀਤੀ ਆ। 30 ਡਿਫਰੈਂਟ ਟਾਈਪ ਆਫ ਟੈਂਪੋਨਸ ਜੋ ਯੂਜ਼ ਕਰਦੀਆਂ ਨੇ ਫਰਮ 14 ਡਿਫਰੈਂਟ ਬ੍ਰਾਂਡਸ ਜੋ ਹੈਗੇ ਆ। ਥੀਸ ਕੈਨ ਬੀ ਦ ਵੈਰੀ ਕਾਮਨ ਬ੍ਰਾਂਡਸ ਜੋ ਅਸੀਂ ਸਟੋਰ 'ਚ ਮਿਲਦੇ, ਵਾਲਮਾਰਟ ਹੋਵੇ, ਸ਼ਾਪਰਸ ਡਰੱਗ ਮਾਰਟਸ।
ਇਹਨਾਂ 'ਚ ਇਹਨਾਂ ਨੇ ਨੋਟਿਸ ਕੀਤਾ ਕਿ ਆਫਟਰ ਰਿਸਰਚ ਕਿ 2 ਮੇਨ ਟੌਕਸਿਕ ਕੈਮੀਕਲਸ ਇਹਨਾਂ 'ਚ ਮਿਲੇ ਆ। ਇੱਕ ਹੈਗਾ ਆ ਲੈਡ ਤੇ ਇੱਕ ਹੈਗਾ ਆਰਸੈਨਿਕ। ਸੋ ਇਹਦੇ 'ਚ ਹਜੇ ਦ ਰਿਸਰਚ ਇਜ਼ ਸਟਿਲ ਗੋਇੰਗ, ਹਜੇ ਇਹਦੇ ਪੂਰੇ ਕੰਕਲੂਜਨਸ ਨਹੀਂ ਮਿਲੇ, ਪਰ ਇਹਨਾਂ ਨੂੰ ਟਰੇਸ ਅਮਾਊਂਟਸ ਮਿਲੇ ਆ। ਟਰੇਸ ਦਾ ਮਤਲਬ ਹੋਵੇ ਜਾਂ ਡਿਪੈਂਡਿੰਗ ਔਨ ਤੁਸੀਂ ਕਿਹਦੇ ਨਾਲ ਕੰਪੇਅਰ ਕਰਦੇ ਆ, ਪਰ ਜੋ ਗੱਲ ਹੋਵੇ ਟੈਂਪੋਨਸ 'ਚ ਟਰੇਸ ਆ ਮਿਨਰਲਸ ਮਿਲੇ ਆ। these are not safe overall, ਕੋਈ ਵੀ ਤੁਹਾਡਾ ਅਸੀਂ ਕਹਿ ਨਹੀਂ ਸਕਦੇ ਕਿ ਇੰਨਾ ਅਮਾਊਂਟ ਸੇਫ ਹੈਗਾ ਤੁਹਾਡੀ ਬੋਡੀ 'ਚ, ਪਰ ਹਜੇ ਇਹਨਾਂ 'ਚ ਬੜੀ ਰਿਸਰਚ ਆ ਰਹੀ ਹੈ ਕਿ ਇਹ ਆਏ ਕਿੱਦਾਂ। ਸੋ ਮੋਸਟਲੀ ਜੇ ਅਸੀਂ ਵੇਖੀਏ ਟੈਂਪੋਨਸ, what is it made out of? Mostly ਇਹ 2 materials they made out ਹੁੰਦੇ ਆ, cotton ਜਾਂ rayon, right? So these are very 2 common products that are used. ਅਸੀਂ ਹੋਰ ਕੋਈ ਨੇ products use ਨਹੀਂ ਕਰਦੇ when we're making tampons. ਜੀ ਇਹਨਾਂ 'ਚ ਜਦੋਂ ਹੁਣ ਅਸੀਂ ਵੇਖੀਏ ਮੈਨੂਫੈਕਚਰਿੰਗ of a cotton ਕਿੱਦਾਂ ਬਣਦਾ ਹੈ from the soil, water. So ਇਹ 'ਚ ਹੁਣ ਡਿਸਕਸ਼ਨ ਹੋ ਰਹੀ ਆ ਕਿ is it especially added ਜਾਂ ਇਹ ਜਦੋਂ ਪ੍ਰੋਸੈਸਿੰਗ ਜਦੋਂ ਹੋਈ ਆ ਟੈਂਪੋਨਸ ਦੀ ਉਸ ਟਾਈਮ ਤਾਂ ਨਹੀਂ ਐਡ ਹੋਇਆ। ਇਜ਼ ਇਟ ਫਰਮ ਦ ਸੋਇਲ, ਫਰਮ ਦ ਇਨਵਾਇਰਮੈਂਟ ਜਾਂ ਕਿਹਦੇ 'ਚ ਹੋਇਆ। ਅਤੇ ਇਹ 'ਚ ਆਲਸੋ ਅਸੀਂ ਵੇਖਦੇ ਹਾਂ ਕਿ ਜੇ ਐਡ ਵੀ ਹੋਇਆ ਕਿੰਨਾ ਸਾਨੂੰ ਡੈਮੇਜ ਕਰ ਸਕਦੇ ਆ। ਦਿਸ ਟੈਂਪੋਨਸ ਹੁੰਦੇ ਆ ਜਦ ਅਸੀਂ ਜਾਣਦੇ ਹਾਂ ਦੀਜ਼ ਆਰ ਪ੍ਰੋਡਕਟਸ ਜੋ ਅਸੀਂ ਇੰਟਰਨਲੀ ਅਸੀਂ ਆਪਣੇ ਬੋਡੀ ਦੇ ਅੰਦਰ ਡਿਸਪੋਜ਼ ਕਰਦੇ ਹਾਂ, ਅੰਦਰ ਪੂਰੇ ਆਪਣੇ ਅੰਦਰ ਪੂਰੇ ਅਟੈਚ ਕਰਦੇ ਹਾਂ। ਦਿਸ ਸਟੇਜ਼ ਇੰਟਰਨਲੀ ਜੀ। ਅਤੇ ਇਹ 'ਚ ਅਸੀਂ ਆਹ ਵੀ ਵੇਖਾਂਗੇ ਕਿ ਵਟ ਡਜ਼ ਇਟ ਮੈਟਰ ਜਦੋਂ ਅਸੀਂ ਵੈਜਨਲ ਦੀ ਪਰਮੇਬਿਲਿਟੀ ਵੇਖਦੇ ਹਾਂ, absorption ਵੇਖਦੇ ਹਾਂ। does it get absorbed fast? ਇਹ ਟੈਂਪੋਨਸ 'ਚ ਹੈਗਾ ਆ, does it affect our vaginal mucosa? ਤੇ ਇਹ 'ਚ ਹਜੇ ਰਿਸਰਚ ਦੀ ਬਹੁਤ ਲੋੜ ਆ। ਪਰ ਹਾਂਜੀ ਯੂ ਆਰ ਐਬਸੋਲੂਟਲੀ ਕਰੈਕਟ ਕਿ ਇਹਨਾਂ ਨੇ ਟਰੇਸ ਅਮਾਊਂਟਸ ਲੱਭੇ ਆ, ਬਟ ਐਜ਼ ਅ ਰਾਈਟ ਨਾਓ ਹਜੇ ਕੋਈ ਇੰਨਾ ਕੰਕਲੂਜਨ ਆਇਆ ਨਹੀਂ ਕਿ ਵੈਦਰ ਯੂ ਸ਼ੁਡ ਕੰਟੀਨਿਊ ਯੂਜ਼ਿੰਗ ਟੈਂਪੋਨਸ ਜਾਂ ਤੁਸੀਂ ਪੂਰਾ ਬੰਦ ਕਰ ਦਿਓ ਜਾਂ ਟੈਂਪਰੇਰੀ ਹੋਲਡ ਕਰੋ। ਹਜੇ ਇਹ ਪੂਰੀ ਰਿਪੋਰਟ ਇਹਨਾਂ ਨੇ ਰਿਲੀਜ਼ ਨਹੀਂ ਕੀਤੀ। ਕੋਈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਮੈਟਲਸ ਵਿੱਚ ਪਾਏ ਗਏ ਨੇ ਇਹ ਕਿਸੇ ਤਰੀਕੇ ਨਾਲ ਤੁਹਾਡੀ ਬਲੱਡ ਲਾਈਨ ਦੇ ਵਿੱਚ ਵੀ ਜਾ ਸਕਦੇ ਨੇ? ਐਜ਼ ਅ ਰਾਈਟ ਨਾਓ ਨਹੀਂ, ਹਜੇ ਤੱਕ ਇਹਨਾਂ ਦਾ ਕੋਈ ਨਹੀਂ ਹੈਗਾ, ਬਟ ਡਿਪੈਂਡਿੰਗ ਔਨ ਤੁਹਾਡੇ ਵੈਜਨਲ ਮਿਊਕੋਜ਼ਾ ਕਿਉਂਕਿ ਅਸੀਂ ਜੋ ਵੀ ਇੰਟਰਨਲੀ ਲਾਉਂਦੇ ਹਾਂ ਚੀਜ਼ਾਂ ਅਬਜ਼ੋਰਬ ਹੁੰਦੀਆਂ। ਲਾਈਕ ਸਪੈਸ਼ਲੀ ਜੇ ਮੈਂ ਐਗਜ਼ਾਮਪਲ ਦੇਵਾਂ ਇਨ ਯੂਰ ਮਾਊਥ, ਰਾਈਟ? ਜੇ ਤੁਸੀਂ ਕੁਛ ਵੀ ਯੂ ਪੁੱਟ ਐਨੀਥਿੰਗ ਇਨ ਯੂਰ ਮਾਊਥ ਅਬਜ਼ੋਰਬ ਹੁੰਦੀ ਆ, ਮਿਊਕੋਜ਼ਾ ਹੁੰਦਾ ਉਹ ਅਬਜ਼ੋਰਬ ਕਰ ਲੈਂਦਾ। ਸੋ ਵੈਜਨਲ ਪਰਮੇਬਿਲਿਟੀ ਉਹ ਡਿਪੈਂਡ ਹੁੰਦੀ ਆ ਏਜ ਟੂ ਏਜ। ਜਿਹੜੀ ਕੋਈ 15-year-old ਗਰਲ ਆ ਉਹਦੀ ਵੈਜਨਲ ਪਰਮੇਬਿਲਿਟੀ ਡਿਫਰੈਂਟ ਹੋਗੀ ਐਜ਼ ਕੰਪੇਅਰ ਟੂ ਅ ਫੀਮੇਲ ਇਨ ਹਰ 40s ਐਂਡ ਅ ਫੀਮੇਲ ਇਨ ਹਰ 50s। ਜਿੱਦਾਂ ਸਾਨੂੰ ਪਤਾ ਨੋਰਮਲੀ ਵਿਦ ਏਜ ਮੈਨੋਪੌਜ਼ ਵੈਜਨਲ ਦੀ ਮਿਊਕੋਜ਼ਾ ਲਾਈਨਿੰਗ ਵੀ ਚੇਂਜ ਹੋ ਜਾਂਦੀ ਆ। ਸੋ ਇਟ ਡਿਪੈਂਡਸ ਕਿ ਕੋਈ different age group absorbs more and ਕੋਈ different age group absorbs less. So it depends ਕਿ ਤੁਸੀਂ ਕਿਹੜਾ age group ਵੇਖ ਰਹੇ ਹੋ ਤੇ ਕਿੰਨੇ ਟਾਈਮ ਲਈ ਤੁਸੀਂ ਟੈਂਪੋਨ ਅੰਦਰ ਰੱਖ ਰਹੇ ਹੋ। ਸੋ ਜਿਹੜੀ ਇਹ ਗੱਲ ਕੀਤੀ ਗਈ ਹੈ ਕਿ ਟੌਕਸਿਕ ਮੈਟਲਸ ਪਾਏ ਗਏ ਨੇ, ਕਿ ਇਸ ਨੂੰ ਲੈ ਕੇ ਕੋਈ ਹੈਲਥ ਕੌਨਸੀਕੁਐਂਸਿਸ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਇਹ ਸਟੱਡੀ ਸਾਹਮਣੇ ਆਈ ਆ, ਜਾਂ ਫਿਰ ਇਹ ਇੱਕ ਆਮ ਰਿਸਰਚ ਕੀਤੀ ਗਈ ਸੀ? ਇਸ ਟਾਈਮ ਫਰੋਮ ਦ ਆਰਟੀਕਲ ਇੱਦਾਂ ਲੱਗਦਾ ਕਿ ਇਹਨਾਂ ਨੇ ਆਮ ਹੀ ਰਿਸਰਚ ਕੀਤੀ ਆ ਜਸਟ ਟੂ ਨੋ ਕਿ ਵਟਸ ਗੋਇੰਗ ਔਨ, ਕਿ ਇਹਦੇ ਕੋਈ ਰਿਸਕ ਹੈਗੇ ਆ ਔਰ ਨਾਟ ਐਜ਼ ਆਫ ਰਾਈਟ ਨਾਓ। ਹਜੇ ਇਹਦੇ ਨਾਲ ਕੋਈ ਇੰਨਾ ਮੇਨ ਕੰਸਰਨ ਨਹੀਂ ਆਇਆ ਕਿ ਅਸੀਂ ਪੂਰਾ we're looking into it in depth, but this was a very like chalo vekhte hain, let's do our research because especially an internal product so let's see ki ਇਹਦੇ ਕੋਈ harm ਸਾਡੇ future ਚ ਹੈਗੇ ਆ ਜਾਂ ਨਹੀਂ। ਜੀ। ਸੋ ਜਿਹੜੀ ਇੱਕ ਤੁਹਾਨੂੰ ਵੈਸੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਕੁਝ ਜਿਹੜੇ ਡਾਟਾ ਮੇਰੇ ਕੋਲ ਹੈਗੇ ਨੇ ਉਸ ਦੇ ਅਕੋਰਡਿੰਗ 2018 ਦੀ ਇੱਕ ਰਿਪੋਰਟ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕੈਨੇਡੀਅਨ ਔਰਤਾਂ ਆਪਣੇ ਲਾਈਫ ਟਾਈਮ ਦੇ ਵਿੱਚ $6,000 ਮੈਂਸਟਰਲ ਹਾਈਜੀਨ ਪ੍ਰੋਡਕਟਸ ਦੇ ਉੱਤੇ ਲਗਾਉਂਦੀਆਂ ਨੇ, ਸਪੈਂਡ ਕਰਦੀਆਂ ਨੇ, ਖਰੀਦਦੀਆਂ ਨੇ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਰੂਰਲ ਕਮਿਊਨਿਟੀਜ਼ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕਈ ਵਾਰੀ ਡਬਲ ਪ੍ਰਾਈਸ ਦੇ ਉੱਤੇ ਇਹ ਚੀਜ਼ਾਂ ਖਰੀਦਣੀਆਂ ਪੈਂਦੀਆਂ ਨੇ ਐਜ਼ ਕੰਪੇਅਰ ਟੂ ਲਾਰਜ ਸਿਟੀਜ਼, ਜਿਵੇਂ ਕਿ ਟੋਰਾਂਟੋ ਦੀ ਅਸੀਂ ਐਗਜ਼ਾਮਪਲ ਲੈ ਲਈਏ। ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਟੈਂਪੋਨਸ ਦੀ ਗੱਲ ਕੀਤੀ ਜਾਵੇ ਤਾਂ ਅਰਾਊਂਡ 47% ਆਫ ਵੂਮਨ ਜਿਹੜੀਆਂ ਨੇ ਰੈਗੂਲਰ ਟੈਂਪੋਨਸ ਯੂਜ਼ ਕਰਦੀਆਂ ਨੇ। ਅਤੇ ਇਸ ਤੋਂ ਇਲਾਵਾ ਜੇ ਪੈਡਸ ਦੀ ਗੱਲ ਕੀਤੀ ਜਾਵੇ ਅਪਰੋਕਸੀਮੇਟਲੀ 46% ਔਰਤਾਂ ਜਿਹੜੀਆਂ ਨੇ ਇਹ ਸੈਨੇਟਰੀ ਨੈਪਕਿਨਸ ਜਾਂ ਫਿਰ ਪੈਡਸ ਦੀ ਵਰਤੋਂ ਕਰਦੀਆਂ ਨੇ। ਮੈਂਸਟਰਲ ਕੱਪਸ ਦੀ ਗੱਲ ਕੀਤੀ ਜਾਵੇ ਤਾਂ 19% ਔਰਤਾਂ ਹੀ ਜਿਹੜਾ ਮੈਂਸਟਰਲ ਕੱਪਸ ਦੀ ਵਰਤੋਂ ਕਰਦੀਆਂ ਨੇ। ਅਤੇ ਡਾਕਟਰ ਸ਼ਿਖਾ, ਜਿਵੇਂ ਅਸੀਂ ਇਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ, ਟੈਂਪੋਨਸ ਇੱਕ ਬਹੁਤ ਕੌਨਸੈਪਟ ਇਹੋ ਜਿਹਾ ਹੋ ਚੁੱਕਿਆ ਟੀਨੇਜ ਤੋਂ ਲੈ ਕੇ ਮਿਡਲ ਏਜਡ ਔਰਤਾਂ ਤੱਕ ਹਰ ਕੋਈ ਯੂਜ਼ ਕਰਦਾ, ਪਰ ਕੀ ਇਹਨਾਂ ਨੂੰ ਯੂਜ਼ ਕਰਨ ਦੀ ਵੀ ਕੋਈ ਏਜ ਹੋ ਸਕਦੀ ਹੈ? ਤੁਹਾਨੂੰ ਲੱਗਦਾ ਕਿ ਇਸ ਏਜ ਲਈ ਪੈਡਸ ਜ਼ਿਆਦਾ ਪਰਫੈਕਟ ਨੇ ਜਾਂ ਇਸ ਏਜ ਲਈ ਟੈਂਪੋਨਸ ਜ਼ਿਆਦਾ ਬੈਟਰ ਨੇ? ਤੁਸੀਂ ਇਸ ਦੇ ਬਾਰੇ ਵਿੱਚ ਕੀ ਸੁਜੈਸਟ ਕਰੋਗੇ? ਹਾਂਜੀ, so that's a great question.
ਐਜ਼ ਅ ਰਾਈਟ ਨਾਓ ਅਸੀਂ ਕੋਈ ਰਿਸਟ੍ਰਿਕਸ਼ਨਸ ਨਹੀਂ ਦਿੰਦੇ ਆ ਵੈਦਰ ਜੇ ਤੁਸੀਂ ਟੈਂਪੌਨਸ ਯੂਜ਼ ਕਰਨੇ ਆ ਸੈਨੀਟਰੀ ਪੈਡਸ ਔਰ ਈਵਨ ਦ ਮੈਂਸਟਰਲ ਕੱਪਸ ਸਾਰਿਆਂ ਦੀ ਆਪਣੀ ਪ੍ਰੈਫਰੈਂਸ ਹੁੰਦੀ ਆ ਡਿਪੈਂਡਿੰਗ ਔਨ ਵਟ ਦੇ ਫੀਲ ਕੰਫਰਟੇਬਲ ਪ੍ਰੈਫਰੈਂਸ 'ਚ ਤੁਸੀਂ ਆ ਵੀ ਲਾ ਲਓ ਕਿਉਂਕਿ ਸਮ ਪੇਸ਼ੈਂਟਸ ਕਰਦੇ ਆ ਕਿ ਅਸੀਂ ਇੰਟਰਨਲ ਕੋਈ ਡਿਵਾਈਸ ਨਹੀਂ ਲਾਉਣੀ ਕੁਛ ਇੰਟਰਨਲੀ ਆਪਣੇ ਭੇਜਣਾ ਨਹੀਂ ਕੋਈ ਕਹਿੰਦੇ ਕਿ ਦਿਸ ਇਜ਼ ਆਲ ਵੀ ਕੈਨ ਅਫੋਰਡ ਜੇ ਐਗਜ਼ਾਮਪਲ ਲਈ ਹੁਣ ਅਸੀਂ ਮੈਂਸਟਰਲ ਕੱਪਸ ਲਈਏ ਇਹ ਹੁਣ ਨਇਆ ਥੋੜਾ ਆ ਰਿਹਾ ਇਟਸ ਗੈਟਿੰਗ ਆਊਟ ਮੋਰ ਇੰਨਾ ਕਾਮਨ ਨਹੀਂ ਹੈਗਾ ਜਿੰਨਾ ਪੈਡਸ ਐਂਡ ਟੈਂਪੌਨਸ ਆ ਪਰ ਮੈਂਸਟਰਲ ਕੱਪਸ ਆਰ ਐਕਸਪੈਂਸਿਵ ਦੇਰ ਮਚ ਮੋਰ ਐਕਸਪੈਂਸਿਵ ਪਰ ਦੇ ਲਾਸਟ ਅ ਫਿਊ ਈਅਰਸ ਤੁਸੀਂ ਰੀਯੂਜ਼ ਕਰ ਸਕਦੇ ਆ ਸੋ ਦੈਟ ਇਟ ਡਿਪੈਂਡਸ ਔਨ ਤੁਹਾਡੀ ਕਿੰਨੀ ਕੰਫਰਟ ਲੈਵਲ ਆ ਸੋ ਟੈਂਪੌਨਸ ਦੇ ਵੀ ਪ੍ਰੋਜ਼ ਐਂਡ ਕੌਨਸ ਆ ਪੈਡਸ ਦੇ ਵੀ ਪ੍ਰੋਜ਼ ਐਂਡ ਕੌਨਸ ਆ ਟੈਂਪੌਨਸ ਦਾ ਤੁਸੀਂ ਲਾ ਲਓ ਇਟਸ ਸਮਾਲ ਇਟਸ ਸ਼ੋਰਟ ਤੁਹਾਡੇ ਪਰਸ 'ਚ ਫਿਟ ਹੋ ਸਕਦਾ ਯੂ ਆਰ ਨਾਟ ਵਰੀਡ ਅਬਾਊਟ ਇਟ ਕੋਈ ਚੀਜ਼ਾਂ ਹੁੰਦੀਆਂ ਜਿੱਦਾਂ ਮਤਲਬ ਅਸੀਂ ਸਪੋਰਟਸ ਕਰਦੇ ਹਾਂ ਜੇ ਕੋਈ ਸਵਿਮਰਸ ਆਉਂਦੇ ਆ ਸਾਡੇ ਕੋਲ ਉਹ ਕਹਿੰਦੇ ਕਿ ਅਸੀਂ ਤਾਂ ਪੈਡਸ ਨਹੀਂ ਲਾ ਸਕਦੇ ਵੀ ਫੀਲ ਕੰਫਰਟੇਬਲ ਵਿਦ ਟੈਂਪੌਨ ਅਤੇ ਸਾਨੂੰ ਪਤਾ ਵੀ ਹੈਗਾ ਵੀ ਹੈਵ ਟੂ ਰਿਮੂਵ ਇਟ ਸੋ ਦੇ ਆਰ ਕੰਫਰਟੇਬਲ ਵਿਦ ਦੈਟ ਪਰ ਜੋ ਸਾਡੀਆਂ ਹੁਣ ਆ ਜਾਂਦੀਆਂ ਟੀਨੇਜਰਸ ਔਰ ਪ੍ਰੀ ਟੀਨਸ ਈਵਨ ਐਜ਼ ਯੰਗ ਐਜ਼ 8 years old 9 years old ਉਹ ਇਸ ਟਾਈਮ ਕੰਫਰਟੇਬਲ ਨਹੀਂ ਫੀਲ ਕਰਦੇ ਟੂ ਪੁੱਟ ਅ ਟੈਂਪੌਨ ਇਨ ਫॉर obvious reasons ਸਪੈਸ਼ਲੀ ਜੇ ਤੁਸੀਂ ਸੈਕਸ਼ੁਅਲੀ ਐਕਟਿਵ ਨਹੀਂ ਹੈਗੇ ਰਾਈਟ ਯੂ ਵਿਲ ਹੈਵ ਟਰਾਮਾ ਤੁਹਾਨੂੰ ਫਿਰ ਪ੍ਰੋਟੈਕਸ਼ਨ ਲਈ ਮਤਲਬ ਤੁਹਾਨੂੰ ਲੋੜ ਤਾਂ ਹੈਗੀ ਆ ਬਟ ਈਦਰ ਵੇ ਫਰਸਟ ਟਾਈਮ ਟੈਂਪੌਨ ਲਾਣਾ ਇਟ ਗੈਟਸ ਡਿਫਿਕਲਟ ਫਿਰ ਉਹਨਾਂ ਲਈ ਮੋਸਟਲੀ very young females they do prefer ਕਿ ਪੈਡਸ ਅਸੀਂ ਲਾਈਏ and then with time with comfort depending on ਕੀ what works for you ਫਿਰ ਕੋਈ ਟੈਂਪੌਨਸ ਵੱਲ ਜਾਂਦੇ ਆ ਜਾਂ ਕੋਈ ਪੈਡਸ ਵੱਲ ਸੋ ਸਾਡੀ ਕੋਈ ਰਿਸਟ੍ਰਿਕਸ਼ਨਸ ਨਹੀਂ ਹੁੰਦੀ ਆ ਐਜ਼ ਲੌਂਗ ਐਜ਼ ਯੂ ਫੀਲ ਕੰਫਰਟੇਬਲ ਯੂ ਨੋ ਵੈਨ ਟੂ ਚੇਂਜ ਐਂਡ ਐਟ ਵਟ ਫਿਟਸ ਯੂਰ ਫਾਈਨੈਂਸ਼ੀਅਲ ਐਜ਼ ਵੈਲ ਜੀ ਮਾਰਕੀਟ ਵਿੱਚ ਬਹੁਤ ਸਾਰੇ ਪ੍ਰੋਡਕਟਸ ਮਿਲਦੇ ਆ ਫੀਮੇਲ ਹਾਈਜੀਨ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤੇ ਕਿਹਾ ਜਾਂਦਾ ਕਿ ਵੀ ਤੁਸੀਂ ਇਸ ਦੀ ਵਰਤੋਂ ਕਰੋ ਤੇ ਐਂਪਲ ਆਫ ਪ੍ਰੋਡਕਟਸ ਇਸ ਵਕਤ ਮਾਰਕੀਟ ਦੇ ਵਿੱਚ ਪਏ ਨੇ ਸੋ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਇਸ ਦੇ ਬਾਰੇ ਵਿੱਚ ਕੀ ਸਾਨੂੰ ਮਤਲਬ ਵੀ ਅਸੀਂ ਕੋਈ ਵੀ ਪ੍ਰੋਡਕਟ ਯੂਜ਼ ਕਰ ਸਕਦੇ ਹਾਂ ਜਾਂ ਸਾਨੂੰ ਡਾਕਟਰ ਦੀ ਸਲਾਹ ਦੇ ਨਾਲ ਹੀ ਜਿਹੜੇ ਆ ਪ੍ਰੋਡਕਟ ਯੂਜ਼ ਕਰਨੇ ਚਾਹੀਦੇ ਆ ਜਦੋਂ ਅਸੀਂ ਕਹਿੰਦੇ ਹਾਂ ਕਿ ਖਾਸ ਤੌਰ 'ਤੇ ਜਦੋਂ ਮੈਂਸਟਰਲ ਸਾਈਕਲ ਦੀ ਗੱਲ ਕਰਦੇ ਹਾਂ ਕਿ ਉਸ ਵੇਲੇ ਕਿ ਕੀ ਯੂਜ਼ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹ ਵੀ ਸੋਚਣਾ ਜ਼ਰੂਰੀ ਹੈ ਜਾਂ ਫਿਰ ਅਸੀਂ ਕੁਝ ਵੀ ਯੂਜ਼ ਕਰ ਸਕਦੇ ਹਾਂ ਯੈਸ ਸੋ ਡੈਫੀਨੇਟਲੀ ਆਪਣੇ ਫੈਮਿਲੀ ਡਾਕਟਰ ਨਾਲ ਸਾਰੀਆਂ ਗੱਲਾਂ ਜੋ ਵੀ ਕੁਐਸਚਨਸ ਜਾਂ ਕੰਸਰਨਸ ਤੁਹਾਨੂੰ ਹੁੰਦੇ ਆ ਜਸਟ ਨਾਟ ਡੈਫੀਨੇਟਲੀ ਡੂਰਿੰਗ ਦ ਮੈਂਸਟਰਲ ਪੀਰੀਅਡ ਪਰ ਜਦੋਂ ਕੋਈ ਵੀ ਤੁਹਾਨੂੰ ਕੁਐਸਚਨਸ ਹੁੰਦੇ ਆ ਸਪੈਸ਼ਲੀ ਕਲੀਨਿੰਗ ਐਂਡ ਮੇਨਟੇਨਿੰਗ ਹਾਈਜੈਨਿਕ ਏਰੀਆਜ਼ ਤੁਹਾਨੂੰ ਡੈਫੀਨੇਟਲੀ ਡਾਕਟਰ ਨੂੰ ਪੁੱਛਣਾ ਚਾਹੀਦਾ ਆ ਕਿਉਂਕਿ ਅੱਜ ਕੱਲ੍ਹ ਯੂ ਆਰ 100% ਰਾਈਟ ਕਿ ਇੰਨੇ ਜ਼ਿਆਦਾ ਪ੍ਰੋਡਕਟਸ ਆ ਗਏ ਆ ਦੇਰ ਸੋ ਕੈਚੀ ਪ੍ਰੋਡਕਟਸ ਕਿ ਆ ਲਾ ਲਓ ਦ ਸੈਂਟ ਇਜ਼ ਗੁੱਡ ਲੈਵੈਂਡਰ ਸੈਂਟਡ ਸਨਸੀਡ ਸੈਂਟਡ ਮੈਨੀ ਟਾਈਪਸ ਹੈਗੇ ਆ ਪਰ ਕੋਈ ਚੀਜ਼ਾਂ ਸਾਡੀ ਬੋਡੀ 'ਤੇ ਰਿਐਕਟ ਕਰ ਲੈਂਦੇ ਆ ਸਪੈਸ਼ਲੀ ਜੋ ਸਾਡਾ vaginal area ਸਾਡੇ pH balance different as compared to your hand, your legs, your stomach, right? ਉੱਥੇ inner mucosa and everything around the pelvic area ਉਹ ਬਹੁਤ gentle ਆ ਸੋ ਜੋ ਵੀ ਤੁਸੀਂ products use ਕਰਦੇ ਆ ਮੈਂ ਆ ਨਹੀਂ ਕਹਿੰਦੇ ਕਿ don't use the products but definitely consult your family physicians ਕਿਉਂਕਿ ਕੋਈ ਚੀਜ਼ਾਂ ਜੋ ਤੁਹਾਨੂੰ ਸੂਟ ਕਰਨਗੀ ਸ਼ਾਇਦ ਉਹ ਮੈਨੂੰ like rash create ਕਰਨਗੀ right maybe I will react horribly ਮੈਂ ਕਦੇ ਸੋਚਿਆ ਕਿ ਮੈਂ ਤਾਂ ਕਦੇ ਵੀ ਨਾ ਲਵਾਂ but maybe it's the best thing ਜੋ ਤੁਸੀਂ ਕਦੇ ਵਰਤਿਆ right so definitely talk to your physician ਕਿਉਂਕਿ ਕਦੇ ਜੋ products ਵੀ ਆ ਜਾਂਦੇ ਆ ਉਹ ਕਦੇ ਲਾਈਫ ਨੂੰ ਥੋੜਾ complicated ਹੋਰ ਕਰ ਲੈਂਦੇ ਆ and sometimes you just need simple treatment and not the fancy things at all ਅਵੇਅਰਨੈਸ ਹੋਣੀ ਇਸ ਦੀ ਕਿੰਨੀ ਕੁ ਜ਼ਰੂਰਤ ਹੈਗੀ ਆ ਅੱਜ ਦੇ ਟਾਈਮ ਵਿੱਚ ਵੈਸੇ ਤਾਂ ਅੱਜ ਕੱਲ੍ਹ ਇੰਟਰਨੈਟ ਸੋਸ਼ਲ ਮੀਡੀਆ ਬਹੁਤ ਇਹੋ ਜਿਹਾ ਸਮਾਨਾ ਹੈ ਕਿ ਵੀ ਖਾਸ ਤੌਰ 'ਤੇ ਕੈਨੇਡਾ ਵਰਗੀ ਕੰਟਰੀ ਦੀ ਗੱਲ ਕੀਤੀ ਜਾਵੇ ਸਾਡੇ ਕੋਲ ਈਜ਼ੀਲੀ ਐਕਸੈਸਿਬਲ ਹੈ ਹਰ ਚੀਜ਼ ਬਟ ਦਾ ਥਿੰਗ ਇਜ਼ ਕਿ ਅਵੇਅਰਨੈਸ ਦੀ ਕਿੰਨੀ ਕੁ ਕਮੀ ਹੈ ਤੁਹਾਡੇ ਕੋਲ ਵੀ ਪੇਸ਼ੈਂਟਸ ਆਉਂਦੇ ਹੋਣਗੇ ਯੈਸ ਸੋ ਕੀ ਕਹਿਣਾ ਚਾਹੋਗੇ ਤੁਹਾਡਾ ਐਕਸਪੀਰੀਅੰਸ ਕੋਈ ਸ਼ੇਅਰ ਕਰਨਾ ਚਾਹੋ ਹਾਂਜੀ ਡੈਫੀਨੇਟਲੀ definitely awareness ਦੀ ਲੋੜ ਹੈਗੀ ਆ I would say in our community and ਇਹ ਤੁਸੀਂ ਗੱਲ ਪਹਿਲਾਂ ਵੀ ਜੋ ਛੇੜੀ ਆ ਕਿ ਮਤਲਬ it's not openly talked about no one talks about it ਅਸੀਂ ਕਹਿੰਦੇ ਕਿ ਹਾਂ ਮਹੀਨਾ ਆ ਗਿਆ ਚਲੋ that's it okay cramps ਆਏ ਆ pain ਹੋਈ ਆ maybe mood swings ਹੋ ਰਿਹਾ okay ਆ ਮਹੀਨਾ ਆਇਆ she's on her period I've noticed definitely ਮੇਰੀ practice ਹੈਗੀ ਆ ਜੋ I've noticed ਕਿ ਜੋ ਦੂਜੀ community ਦੇ ਹੈਗੇ ਆ husband, wife, boyfriend, girlfriend, they come together, openly talk about it. ਇੱਦਾਂ ਵੀ ਨਹੀਂ ਮਤਲਬ ਅਸੀਂ ਪੁੱਛਦੇ ਹਾਂ ਕਿ do you feel comfortable ਕਿ ਤੁਹਾਡੇ ਪਾਰਟਨਰ ਦੇ ਸਾਹਮਣੇ ਤੁਸੀਂ ਗੱਲ ਕਰਦੇ ਉਹ ਕਹਿੰਦੇ yeah that's a common sense that's fine but I've noticed ਕਿ ਜੋ ਸਾਡੀਆਂ ਫੀਮੇਲਸ ਆ ਲੁੱਕ ਕੇ ਗੱਲ ਕਰਨੀ ਆ ਹੌਲੀ ਗੱਲ ਕਰਨੀ ਆ ਕਿ ਕੰਧਾਂ ਤੋਂ ਬਾਹਰ ਨਾ ਗੱਲ ਜਾਵੇ ਮਤਲਬ ਗੱਲ ਵੀ ਮਤਲਬ ਖੁੱਲ੍ਹੇਆਮ ਨਹੀਂ ਕਰਨੀ ਆ especially knowing ਕਿ I'm a female and we all have our menstrual cycles ਮਤਲਬ almost embarrassing ਨਾਲ ਗੱਲ ਕਰਨੀ ਆ so that hurts sometimes because ਤੁਸੀਂ ਵੇਖਦੇ ਆ ਕਿ you want your community to grow you want your community ਕਿ ਤੁਸੀਂ ਵੀ ਅੱਗੇ ਆਓ ਮਤਲਬ this is normal ਅਸੀਂ ਜਦੋਂ ਕਹਿੰਦੇ ਕਿ ਜਦੋਂ periods ਨਹੀਂ ਆਉਂਦੇ we get worried right ਮਤਲਬ it's a concerning problem
ਕਦੇ ਹੁਣ ਤੇ ਫॉर ਪੇਸ਼ੈਂਟਸ ਸਾਡੀ ਕਮਿਊਨਿਟੀ ਆਈ ਹੈਵ ਸੀਨ ਕਿ ਆਈ ਹੈਡ ਅ ਯੰਗ ਗਰਲ ਨਾਟ ਟੂ ਲੌਂਗ ਅਗੋ ਮਤਲਬ 3-4 ਮਹੀਨੇ ਹੋ ਗਏ ਤੁਹਾਡੇ ਪੀਰੀਅਡਸ ਨਹੀਂ ਆਏ ਐਂਡ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਛੇੜੀ ਐਂਡ ਦੈਨ ਸਮਟਾਈਮਸ ਨਾਟ ਦਿਸ ਟਾਈਮ ਪਰ ਸਮਟਾਈਮਸ ਇਟਸ ਟੂ ਲੇਟ ਕਿ ਅਸੀਂ ਵੀ ਗੱਲ ਮਤਲਬ ਵੀ ਕੈਨ ਸੋਲਵ ਸਮਥਿੰਗ ਕਿਉਂਕਿ ਫਿਰ ਜਦੋਂ ਕੋਈ ਵੀ ਸਾਡੇ ਨਾਲ ਦਾ ਪ੍ਰੋਬਲਮ ਸਾਡਾ ਮਤਲਬ ਦਿਮਾਗ 'ਚ ਫਲੋ ਚਾਰਟ ਸ਼ੁਰੂ ਹੋ ਜਾਂਦਾ ਕਿ ਵਟਸ ਦ ਨੈਕਸਟ ਸਟੈਪਸ ਕਿਹੜੇ ਕੁਐਸਚਨਸ ਪੁੱਛਣੇ ਆ ਲਾਈਕ ਦ ਬੇਸਿਕ ਸਟਫ ਪਰ ਜੇ ਸਾਨੂੰ ਪਤਾ ਹੀ ਲੱਗੇ ਲੇਟ and you're embarrassed about it, then at times it can be difficult to diagnose. Jo simple problem, jo ਤੁਸੀਂ ਜੇ ਪਹਿਲਾਂ 2-3 ਮਹੀਨੇ ਪਹਿਲਾਂ ਆ ਜਾਂਦੇ, it would have been a piece of cake. Exactly. ਹਾਂਜੀ ਜਦੋਂ ਅਸੀਂ ਹਾਈਜੀਨ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ ਦੇ ਉੱਤੇ ਕਿੰਨੇ ਸਮੇਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਡੇ ਦੇ ਵਿੱਚ ਕਿੰਨੀ ਵਾਰੀ ਪੈਡ ਜਾਂ ਟੈਂਪੋਨਸ ਚੇਂਜ ਕਰਨੇ ਚਾਹੀਦੇ ਆ, ਕਿੰਨਾ ਕੁ ਸਮਾਂ ਹੋਣਾ ਚਾਹੀਦਾ ਜਾਂ ਇਹ ਫਲੋ ਦੇ ਉੱਤੇ ਡਿਪੈਂਡ ਕਰਦਾ, ਕੀ ਕਹਿਣਾ ਚਾਹੋਗੇ? Hanji, so that's a really good question. So depends on the flow, definitely. So mostly menstrual cycles, jo tuade period hunde they last about 5 days. Ye average plus 1 or 2 days, not a problem. Tuade first 2 to 3 days are usually heavy. During the heavy times, especially ਜੇ ਤੁਸੀਂ tampons use ਕਰਦੇ ਹੋ, every 4 to 6 hours, I suggest ਕਿ ਤੁਸੀਂ remove ਕਰੋ, right? Depending ਕਿ ਤੁਹਾਡਾ flow ਕਿੰਨਾ ਜ਼ਿਆਦਾ ਹੈਗਾ, right? 4 to 6 hours. The same for the pads, but with pads ਅਸੀਂ ਥੋੜਾ push ਕਰ ਸਕਦੇ ਹਾਂ about 4 to 8 hours. So not as aggressively. And then lastly, menstrual cups, you can actually just keep it up to 8 to 12 hours. So menstrual cup are like the longest. So depending on je tusi busy hage kam te, you don't have time to go to the washroom. Menstrual cups, like I said, easily 8 to 12 hours. But je tusi hage active, you got to get moving around, then usually the safe spot is 4 to 6 hours for the first 3 days. And then depending on how your flow is, later on jo last 2-3 din rende ya ki kinne how often are you changing it, that's absolutely fine depending on ਤੁਹਾਡਾ ਫਲੋ ਕਿੰਨਾ ਹੋ ਰਿਹਾ ਉਸ ਟਾਈਮ। ਹੁਣ ਤਾਂ ਵੈਸੇ ਆਮ ਤੌਰ 'ਤੇ ਕਾਫੀ ਅਸੀਂ ਇਹ ਵੀ ਦੇਖ ਲਿਆ ਕਿ ਆਫਿਸਿਸ ਦੇ ਵਿੱਚ ਕੈਨੇਡਾ ਵਿੱਚ ਵੀ ਸਾਡੇ ਵੀ ਇਨਫੈਕਟ ਆਫਿਸ ਦੇ ਵਿੱਚ ਕਿ ਫੀਮੇਲਸ ਦੇ ਪ੍ਰੋਡਕਟਸ ਰੱਖੇ ਹੁੰਦੇ ਆ ਅਤੇ ਮੈਂ ਹੁਣ ਇਹ ਵੀ ਹੈ ਕਿ ਸਕੂਲਸ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਪਰ ਉੱਥੇ ਦੂਜੇ ਪਾਸੇ ਅਸੀਂ ਫੀਮੇਲ ਹੈਲਥ ਦੀ ਗੱਲ ਕਰੀਏ, UTI ਇੱਕ ਬਹੁਤ ਕਾਮਨ ਅਤੇ ਬੜੀ ਈਜ਼ੀਲੀ ਜਿਹੜੀਆਂ ਆਮ ਤੌਰ 'ਤੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਇਨਫੈਕਸ਼ਨ ਹੁੰਦੀ ਆ ਔਰਤਾਂ ਨੂੰ। ਸੋ ਖਾਸ ਤੌਰ 'ਤੇ ਆਪਣੇ ਇਸ ਸਰਕਲ ਦੇ ਦੌਰਾਨ ਆਪਣੀ ਕਲੀਨਲੀਨੈਸ ਦਾ ਜਾਂ ਹਾਈਜੀਨ ਦਾ ਕਿਸ ਤਰੀਕੇ ਨਾਲ ਧਿਆਨ ਰੱਖਿਆ ਜਾ ਸਕਦਾ, ਇਹਦੇ ਬਾਰੇ ਕੀ ਕਹੋਗੇ? Hanji. So UTI, which is known for urinary tract infections, it mostly females se zyada hundiyan ne, especially in the middle class, the middle age, in that age group. Very common as well. ਇਹ ਚੀਜ਼ਾਂ ਤੁਸੀਂ definitely avoid ਕਰ ਸਕਦੇ ਆ। Couple things is ਜੇ especially ਇੰਨੀ ਗਰਮੀ ਦੀ weather right now, humidity ਹੈਗਾ, right? Give it some nice cotton underwear. ਤੁਸੀਂ ਮਤਲਬ ਜੋ ਅਸੀਂ lace ਜਾਂ polyester ਨੇ tight ਵਾਲੇ underwears, sometimes ਇਹ bacteria contain ਕਰਦੇ ਆ। So cotton underwears, those are the best way. The main thing is always wipe after ਜਦੋਂ ਤੁਸੀਂ urinate ਕਰਦੇ ਆ, always wipe front to back. Never back to front, ਕਿਉਂਕਿ ਜੋ ਸਾਡੇ ਬੈਕਟੀਰੀਆ ਹੁੰਦੇ in our anal region, ਉਹ ਅਸੀਂ ਚਾਹੁੰਦੇ ਨਹੀਂ ਕਿ ਉਹ contaminate ਹੋਣ ਸਾਡੇ vaginal region ਨਾਲ। So always front from back, and especially during period times, right? You want to change often, especially ਜੋ scented ਵਾਲੀਆਂ ਚੀਜ਼ਾਂ ਹੁੰਦੀਆਂ ਜੋ ਮੈਂ ਕਹਿੰਦੀ ਆ, deodorants ਵੀ ਕੋਈ ਲਾ ਲੈਂਦੇ ਆ ਉੱਥੇ। Avoid that, avoid the scented stuff, avoid the things that are going to make you feel sticky and icky. Those are going to get cause problems. And especially lastly, ਜੇ ਤੁਸੀਂ sexually active ਹੈਗੇ ਹੋ, especially after intercourse, you want to make sure ਕਿ ਤੁਸੀਂ urinate ਕਰਦੇ ਹੋ, because that's one of the common reasons of UTIs as well. ਜੀ, ਸਮਾਂ ਹੁਣ ਇਜਾਜ਼ਤ ਲੈਣ ਵੱਲ ਨੂੰ ਅੱਗੇ ਵੱਧ ਗਿਆ ਅਤੇ ਮੈਨੂੰ ਕਾਫੀ ਮੈਸੇਜਸ ਵੀ ਆ ਰਹੇ ਨੇ ਅਤੇ ਉਹਨਾਂ ਨੇ ਆਪ ਸਭ ਦਾ ਵੀ ਬਹੁਤ ਬਹੁਤ ਸ਼ੁਕਰੀਆ ਕੀਤਾ ਕਿ ਇਸ ਟੌਪਿਕ ਦੇ ਉੱਤੇ ਅੱਜ ਆਪਾਂ ਗੱਲਬਾਤ ਕੀਤੀ ਹੈ ਅਤੇ ਇਹਦੇ ਬਾਰੇ ਅਵੇਅਰਨੈਸ ਵੀ ਆਉਣੀ ਬਹੁਤ ਜ਼ਰੂਰੀ ਹੈ ਸਾਡੀ ਕਮਿਊਨਿਟੀ ਦੇ ਵਿੱਚ। ਸੋ ਆਖਰੀ ਸਵਾਲ ਇਹੀ ਕਿ ਜਿਵੇਂ ਤੁਸੀਂ ਕ੍ਰੈਂਪਸ ਦੀ ਗੱਲ ਕੀਤੀ ਸੀ, ਬਹੁਤ ਸਾਰੀਆਂ ਫੀਮੇਲਸ ਹੁੰਦੀਆਂ ਨੇ ਜਿਨ੍ਹਾਂ ਨੂੰ ਨਾਰਮਲ ਰਹਿੰਦਾ ਆ ਫਲੋ ਦੇ ਟਾਈਮ ਜਾਂ ਫਿਰ ਜਿਸ ਟਾਈਮ 5 ਦਿਨ ਹੁੰਦੇ ਆ ਪੀਰੀਅਡਸ 'ਤੇ ਨਾਰਮਲ ਜੇ ਅਸੀਂ ਗੱਲ ਕਰੀਏ ਤਾਂ ਉਸ ਦੌਰਾਨ ਬਹੁਤ ਸਾਰੀਆਂ ਲੇਡੀਜ਼ ਹੁੰਦੀਆਂ ਜਿਹੜੀਆਂ ਨਾਰਮਲ ਰਹਿੰਦੀਆਂ, ਪਰ ਕੁਝ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਮੂਡ ਸਵਿੰਗਸ ਹੁੰਦੇ ਆ ਜਾਂ ਫਿਰ ਬਹੁਤ ਜ਼ਿਆਦਾ ਕ੍ਰੈਂਪਸ ਪੈਂਦੇ ਆ ਅਤੇ ਉਹਨਾਂ ਲਈ ਉਹ ਟਾਈਮ ਪੀਰੀਅਡ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਮੇਲਸ ਵੀ ਇਸ ਵਕਤ ਸੁਣ ਰਹੇ ਹੋਣਗੇ ਪ੍ਰੋਗਰਾਮ ਕਿ ਉਸ ਵੇਲੇ ਆਪਣੀ ਫੀਮੇਲ ਪਾਰਟਨਰ ਨੂੰ ਸਮਝਣਾ ਜਾਂ ਕੇਅਰ ਕਰਨਾ ਕਿੰਨੀ ਕੁ ਜ਼ਰੂਰੀ ਹੈ, ਕਿਉਂਕਿ ਜਿਸ ਤਨ ਲਾਗੇ ਸੋਈ ਜਾਣੇ। ਸੋ ਔਰਤਾਂ ਨੂੰ ਪਤਾ ਹੁੰਦਾ ਕਿ ਕਿਹੜੇ ਪੇਨ ਦੇ ਵਿੱਚ ਉਹ ਲੰਘ ਰਹੀਆਂ ਨੇ। ਹਾਂਜੀ,
Definitely. So, ਇਹ ਅਸੀਂ ਕਹਿੰਦੇ ਆ ਜੋ ਸਾਡੇ symptoms ਆਉਂਦੇ ਆ definitely they can come before the period and during the period as well. ਇਹ ਸਾਡੇ ਕੰਟਰੋਲ 'ਚ ਨਹੀਂ ਹੈਗਾ to be honest. ਅਸੀਂ ਡਾਕਟਰ ਹੋ ਕੇ ਤੁਹਾਨੂੰ ਦਵਾਈਆਂ ਤਾਂ ਦੇ ਸਕਦੇ ਹਾਂ to help your symptoms, but at the end of the day this is a natural process. So ਜੇ male partners ਹੋਣ ਜਾਂ ਜੋ ਵੀ ਤੁਹਾਡੀ family 'ਚ can just understand you at that time, right? As simple as ਕਿ heating pad ਲੈ ਕੇ ਆ ਜਾਣ ਜਾਂ ਮਤਲਬ ਪਾਣੀ ਦਾ ਗਲਾਸ ਲੈ ਕੇ ਆ ਜਾਣ, this helps a lot. Unfortunately ਸਾਡੇ females 'ਚ we don't have that control at that time either. ਅਸੀਂ ਆਪਣੇ hormones on and off ਨਹੀਂ ਕਰ ਸਕਦੇ ਉਸ time. So ਸਾਨੂੰ ਵੀ ਪਤਾ ਹੈ ਉਸ time that we're probably not the best person to be around, but as long as you support your partner in any way, that's good. But ਜਦ ਕਦੇ there are symptoms ਕਿ ਬਹੁਤ worse ਹੋ ਜਾਂਦੇ, your cramps get really bad ਕਿ ਤੁਸੀਂ daily activities ਨਹੀਂ ਕਰ ਸਕਦੇ, definitely get in touch with your doctor. There are medications ਜੋ ਅਸੀਂ ਉਸ time ਵੀ ਤੁਹਾਨੂੰ ਦੇ ਸਕਦੇ during your periods just to help you just calm it down a little bit, ਥੋੜੀ intensity ਉਹਦੀ decrease ਕਰ ਸਕਦੇ so you can get on with your daily life as well. But ਉਹਦੇ ਕਰਕੇ ਜਿਹੜੀ ਵੀ ਦਵਾਈ ਤੁਸੀਂ ਲੈਣੀ ਹੈ ਪਲੀਜ਼ ਆਪਣੇ family physician ਨਾਲ ਪਹਿਲਾਂ ਡਿਸਕਸ ਕਰ ਲਿਓ ਜੀ। ਡਾਕਟਰ ਸ਼ਿਖਾ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੇ ਇਸ ਟੌਪਿਕ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। Thank you so much for having me, Taranjeet. I really appreciate it. ਥੈਂਕ ਯੂ।